ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਅੰਕ 377। ਆਸਾ ਮਹਿਲਾ ਪੰਜਵਾ। ਗੁਰ ਕੈ ਸ਼ਬਦ ਬਣਾਵੋ ਇਹੋ ਮਨ, ਬਣਾਵੋ ਇਹੋ ਮਨ। ਹੇ ਭਾਈ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਪਣੇ ਇਸ ਮਨ ਨੂੰ ਨਵੇਂ ਸਿਰੇ ਘੜੋ। ਗੁਰ ਕੈ ਸ਼ਬਦ ਸੰਚੋ ਹਰ ਧਨ। ਗੁਰੂ ਦਾ ਸ਼ਬਦ ਹੀ ਗੁਰੂ ਦਾ ਦੀਦਾਰ ਹੈ। ਇਸ ਸ਼ਬਦ ਦੀ ਬਰਕਤ ਨਾਲ ਪਰਮਾਤਮਾ ਦਾ ਨਾਮ ਧਨ ਇਕੱਠਾ ਕਰੋ। ਉੱਤਮ ਮਤ ਮੇਰੇ ਹਿਰਦੇ ਤੂੰ ਆਓ, ਹੇ ਸ੍ਰੇਸ਼ਟ ਮਤ ਜੇ ਗੁਰੂ ਮਿਹਰ ਕਰੇ ਤਾਂ ਤੂੰ ਮੇਰੇ ਅੰਦਰ ਆ ਵਸ। ਧਿਆਵੋ ਗਾਵੋ ਗੁਣ ਗੋਬਿੰਦਾ, ਅਤ ਪ੍ਰੀਤਮ ਮੋਹ ਲਾਗੇ ਨਾਓ ਰਹਾਓ। ਤਾਂ ਕਿ ਮੇਰਾ ਪਰਮਾਤਮਾ, ਮੈਂ ਪਰਮਾਤਮਾ ਦੇ ਗੁਣ ਗਾਵਾਂ, ਪਰਮਾਤਮਾ ਦਾ ਧਿਆਨ ਧਰਾਂ ਅਤੇ ਪਰਮਾਤਮਾ ਦਾ ਨਾਮ ਮੈਨੂੰ ਬਹੁਤ ਪਿਆਰਾ ਲੱਗ ਪਏ। ਰਹਾਓ। ਤ੍ਰਿਪਤ ਘਾਵਣ ਸਾਚੇ ਨਾਏ। ਹੇ ਭਾਈ, ਗੁਰੂ ਦੇ ਚਰਨਾਂ ਦੀ ਧੂੜ 68 ਤੀਰਥਾਂ ਦਾ ਇਸ਼ਨਾਨ ਹੈ। 68 ਮੰਜਨ ਸੰਤ ਧੂਰੇ। ਹੇ ਭਾਈ, ਗੁਰੂ ਦੇ ਚਰਨਾਂ ਦੀ ਧੂੜ 68 ਤੀਰਥਾਂ ਦਾ ਇਸ਼ਨਾਨ ਹੈ। ਤ੍ਰਿਪਤ ਅਘਾਵਣ ਸਾਚੇ ਨਾਏ। ਗੁਰੂ ਦੇ ਰਾਹੀਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਤ੍ਰਿਸ਼ਨਾ ਮੁੱਕ ਜਾਂਦੀ ਹੈ। ਤ੍ਰਿਪਤ ਅਘਾਵਣ ਸਾਚੇ ਨਾਏ। ਸਭ ਮੈਂ ਜਾਣੂ ਕਰਤਾ ਏਕ। ਹੇ ਭਾਈ, ਮੈਂ ਹੁਣ ਸਭਨਾਂ ਵਿੱਚ ਕਰਤਾਰ ਨੂੰ ਹੀ ਵਸਤਾ ਪਛਾਣਦਾ ਹਾਂ। ਸਾਧ ਸੰਗਤ ਮਿਲ ਬੁੱਧ ਵਿਵੇਕ। ਗੁਰੂ ਦੀ ਸੰਗਤ ਵਿੱਚ ਮਿਲ ਕੇ ਮੈਂ ਚੰਗੇ ਮੰਦੇ ਦੀ ਪਰਖ ਕਰਨ ਵਾਲੀ ਅਕਲ ਪ੍ਰਾਪਤ ਕਰ ਲਈ ਹੈ। ਦਾਸ ਸਗਲ ਕਾ ਛੋੜ ਅਭਿਮਾਨ। ਹੈ ਭਾਈ, ਮੈਂ ਅਹੰਕਾਰ ਛੱਡ ਕੇ ਸਭਨਾਂ ਦਾ ਦਾਸ ਬਣ ਗਿਆ ਹਾਂ। ਨਾਨਕ ਕੋ ਗੁਰ ਕੀਨੋ ਦਾਨ। ਮੈਨੂੰ ਨਾਨਕ ਨੂੰ ਗੁਰੂ ਨੇ ਵਿਵੇਕ ਬੁੱਧੀ ਅਜਿਹੀ ਦਾਤ ਬਖਸ਼ੀ ਹੈ ਕਿ ਮੈਂ ਅਹੰਕਾਰ ਛੱਡ ਕੇ ਸਭਨਾਂ ਦਾ ਦਾਸ ਬਣ ਗਿਆ ਹਾਂ। ਆਸਾ ਮਹਿਲਾ ਪੰਜਵਾ। ਬੁੱਧ ਪ੍ਰਗਾਸ ਪਹੀ ਮਤ ਪੂਰੀ। ਹੇ ਭਾਈ, ਗੁਰੂ ਦੀ ਕਿਰਪਾ ਨਾਲ ਮੇਰੀ ਬੁੱਧੀ ਵਿੱਚ ਆਤਮਿਕ ਜੀਵਨ ਦਾ ਚਾਨਣ ਹੋ ਗਿਆ ਹੈ। ਮੇਰੀ ਅਕਲ ਉਕਾਈਹੀਣ ਹੋ ਗਈ ਹੈ। ਤਾਤੇ ਬਿਨਸੀ ਦੁਰਮਤ ਦੂਰੀ। ਇਸ ਦੀ ਸਹਾਇਤਾ ਨਾਲ ਮੇਰੀ ਭੈੜੀ ਮਤ ਦਾ ਨਾਸ ਹੋ ਗਿਆ ਹੈ। ਮੇਰੀ ਪਰਮਾਤਮਾ ਨਾਲੋਂ ਬਿੱਥ ਮਿਟ ਗਈ ਹੈ। ਐਸੀ ਗੁਰਮਤਿ ਪਾਈਐ, ਐਸੀ ਗੁਰਮਤਿ ਪਾਈ ਲੇ। ਮੈਂ ਗੁਰੂ ਪਾਸੋਂ ਅਜਿਹੀ ਮਤ ਪ੍ਰਾਪਤ ਕਰ ਲਈ ਹੈ। ਬੂੜਤ ਘੋਰ ਅੰਧਕੂਪ ਮਹੈ, ਨਿਕਸਿਓ ਮੇਰੇ ਭਾਈ ਰੇ। ਰਹਾਓ। ਜਿਸ ਦੀ ਸਹਾਇਤਾ ਨਾਲ ਹੀ ਮੇਰੇ ਵੀਰ ਮੈਂ ਮਾਇਆ ਦੇ ਘੁੱਪ ਹਨੇਰੇ ਖੂਹ ਵਿੱਚੋਂ ਡੁੱਬਦਾ ਬਚ ਨਿਕਲਿਆ ਹਾਂ। ਰਹਾਓ। ਮਹਾਂ ਅਗਾਹ ਅਗਨ ਕਾ ਸਾਗਰ, ਗੁਰ ਬੋਹਿਤ ਤਾਰੇ ਰਤਨਾਗਰ। ਹੇ ਭਾਈ, ਇਹ ਸੰਸਾਰ ਤ੍ਰਿਸ਼ਨਾ ਦੀ ਅੱਗ ਦਾ ਇੱਕ ਬੜਾ ਅਥਾਹ ਸਮੁੰਦਰ ਹੈ। ਰਤਨਾਂ ਦੀ ਖਾਣ ਗੁਰੂ ਮਾਨੋ ਜਹਾਜ਼ ਹੈ ਜੋ ਇਸ ਸਮੁੰਦਰ ਵਿੱਚੋਂ ਪਾਰ ਲੰਘਾ ਲੈਂਦਾ ਹੈ। ਦੂਤਰ ਅੰਧ ਵਿਖਮ ਇਹ ਮਾਇਆ। ਇਹ ਮਾਇਆ ਮਾਨੋ ਇੱਕ ਸਮੁੰਦਰ ਹੈ ਜਿਸ ਵਿੱਚੋਂ ਪਾਰ ਲੰਘਣਾ ਔਖਾ ਹੈ, ਜਿਸ ਵਿੱਚ ਘੁੱਪ ਹਨੇਰਾ ਹੀ ਹਨੇਰਾ ਹੈ। ਗੁਰ ਪੂਰੇ ਪ੍ਰਗਟ ਮਾਰਗ ਦਿਖਾਇਆ। ਹੇ ਵੀਰ, ਇਸ ਵਿੱਚੋਂ ਪਾਰ ਲੰਘਣ ਲਈ ਪੂਰੇ ਗੁਰੂ ਨੇ ਮੈਨੂੰ ਸਾਫ਼ ਰਸਤਾ ਵਿਖਾ ਦਿੱਤਾ ਹੈ। ਜਾਪ ਤਾਪ ਕਿਛ ਉਕਤ ਨਾ ਮੋਰੀ। ਮੇਰੇ ਪਾਸ ਕੋਈ ਜਪ ਨਹੀਂ, ਕੋਈ ਤਪ ਨਹੀਂ, ਕੋਈ ਸਿਆਣਪ ਨਹੀਂ। ਗੁਰ ਨਾਨਕ ਸਰਨਾਗਤ ਤੋਰੀ। ਹੇ ਨਾਨਕ ਆਖੇ ਗੁਰੂ, ਮੈਂ ਤਾਂ ਤੇਰੀ ਹੀ ਸ਼ਰਨ ਆਇਆ ਹਾਂ। ਮੈਨੂੰ ਇਹ ਘੁੱਪ ਹਨੇਰੇ ਖੂਹ ਵਿੱਚੋਂ ਕੱਢ ਲੈ। ਆਸਾ ਮਹਿਲਾ ਪੰਜਵਾਂ। ਤਿਪ ਦੇ ਦੂਜਾ।
ਹਰ ਰਸ ਪੀਵਤ ਸਦ ਹੀ ਰਾਤਾ। ਹੇ ਭਾਈ, ਪਰਮਾਤਮਾ ਦਾ ਨਾਮ ਅੰਮ੍ਰਿਤ ਪੀਣ ਵਾਲਾ ਮਨੁੱਖ ਨਾਮ ਰੰਗ ਵਿੱਚ ਸਦਾ ਹੀ ਰੰਗਿਆ ਰਹਿੰਦਾ ਹੈ। ਆਣ ਰਸਾ ਖਿਨ ਮੈਂ ਲਹਿ ਜਾਤਾ। ਕਿਉਂਕਿ ਨਾਮ ਰਸ ਦਾ ਅਸਰ ਕਦੇ ਦੂਰ ਨਹੀਂ ਹੁੰਦਾ। ਇਸ ਤੋਂ ਬਿਨਾਂ ਦੁਨੀਆ ਦੇ ਪਦਾਰਥਾਂ ਦੇ ਹੋਰ ਰਸਾਂ ਦਾ ਅਸਰ ਇੱਕ ਖਿਣ ਵਿੱਚ ਉਤਰ ਜਾਂਦਾ ਹੈ। ਹਰ ਰਸ ਕੇ ਮਾਤੇ ਮਨ ਸਦਾ ਆਨੰਦ। ਪਰਮਾਤਮਾ ਦੇ ਨਾਮ ਰਸ ਦੇ ਮਤਵਾਲੇ ਮਨੁੱਖ ਦੇ ਮਨ ਵਿੱਚ ਸਦਾ ਆਨੰਦ ਟਿਕਿਆ ਰਹਿੰਦਾ ਹੈ। ਆਣ ਰਸਾਂ ਮੈਂ ਵਿਆਪੈ ਚਿੰਦ। ਪਰ ਦੁਨੀਆ ਦੇ ਪਦਾਰਥਾਂ ਦੇ ਸਵਾਦਾਂ ਵਿੱਚ ਪਿਆ ਚਿੰਤਾ ਦਾ ਦਵੰਦੀ ਹੈ। ਪਰ ਦੁਨੀਆ ਦੇ ਪਦਾਰਥਾਂ ਦੇ ਸਵਾਦਾਂ ਵਿੱਚ ਪਿਆ ਚਿੰਤਾ ਆਦਵੰਦੀ ਹੈ। ਹਰ ਰਸ ਪੀਵੈ ਅਲਮਸਤ ਮਤਵਾਰਾ। ਹੇ ਭਾਈ, ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਅੰਮ੍ਰਿਤ ਪੀਂਦਾ ਹੈ, ਉਹ ਉਸ ਰਸ ਵਿੱਚ ਪੂਰਨ ਤੌਰ 'ਤੇ ਮਸਤ ਰਹਿੰਦਾ ਹੈ। ਉਹ ਉਸ ਨਾਮ ਰਸ ਦਾ ਆਸ਼ਿਕ ਬਣ ਜਾਂਦਾ ਹੈ। ਆਣ ਰਸਾ ਸਭ ਹੋਛੇ ਰੇ ਰਹਾਓ। ਉਸ ਨੂੰ ਦੁਨੀਆ ਦੇ ਹੋਰ ਸਾਰੇ ਰਸ ਨਾਮ ਰਸ ਦੇ ਟਾਕਰੇ 'ਤੇ ਫਿੱਕੇ ਜਾਪਦੇ ਹਨ। ਰਹਾਓ। ਹਰ ਰਸ ਕੀ ਕੀਮਤ ਕਹੀ ਨਾ ਜਾਏ। ਹੇ ਭਾਈ, ਹਰ ਨਾਮ ਰਸ ਦੀਆਂ ਦੁਨੀਆ ਦੇ ਧਨ ਪਦਾਰਥਾਂ ਦੇ ਵੱਟੇ ਵਿੱਚ ਮਿਲ ਨਹੀਂ ਸਕਦਾ। ਪਰਮਾਤਮਾ ਦੇ ਨਾਮ ਰਸ ਦਾ ਮੁੱਲ ਧਨ ਪਦਾਰਥਾਂ ਦੀ ਸ਼ਕਲ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਹਰ ਰਸ ਸਾਧੂ ਹਾਟ ਸਮਾਏ। ਇਹ ਨਾਮ ਰਸ ਗੁਰੂ ਦੇ ਹਟ ਵਿੱਚ ਗੁਰੂ ਦੀ ਸੰਗਤ ਵਿੱਚ ਸਦਾ ਟਿਕਿਆ ਰਹਿੰਦਾ ਹੈ। ਲੱਖ ਕਰੋੜੀ ਮਿਲੇ ਨਾ ਕਿਹੇ। ਲੱਖਾਂ ਕਰੋੜਾਂ ਰੁਪਏ ਦਿੱਤਿਆਂ ਵੀ ਇਹ ਕਿਸੇ ਨੂੰ ਮਿਲ ਨਹੀਂ ਸਕਦਾ। ਜਿਸੇ ਪ੍ਰਾਪਤ ਤਿਸ ਹੀ ਦੇਹੇ। ਹੇ ਭਾਈ, ਜਿਸ ਮਨੁੱਖ ਦੇ ਭਾਗਾਂ ਵਿੱਚ ਤੂੰ ਇਸ ਦੀ ਪ੍ਰਾਪਤੀ ਲਿਖੀ ਹੈ, ਉਸੇ ਨੂੰ ਹੀ ਤੂੰ ਆਪ ਹੀ ਦਿੰਦਾ ਹੈ। ਨਾਨਕ ਚਾਕ ਪਹੇ ਬਿਸ਼ਮਾਦ। ਹੇ ਨਾਨਕ, ਇਹ ਨਾਮ ਰਸ ਚੱਖ ਕੇ ਕੋਈ ਇਸ ਦਾ ਸਵਾਦ ਬਿਆਨ ਨਹੀਂ ਕਰ ਸਕਦਾ। ਜੇ ਕੋਈ ਯਤਨ ਕਰੇ ਤਾਂ ਹੈਰਾਨ ਪਿਆ ਹੁੰਦਾ ਹੈ, ਕਿਉਂਕਿ ਉਹ ਆਪਣੇ ਆਪ ਨੂੰ ਇਸ ਰਸ ਦਾ ਅਸਰ ਬਿਆਨ ਕਰਨ ਤੋਂ ਅਸਮਰੱਥ ਵੇਖਦਾ ਹੈ। ਨਾਨਕ ਗੁਰ ਤੇ ਆਇਆ ਸਾਧ। ਇਸ ਹਰ ਨਾਮ ਰਸ ਦੇ ਆਨੰਦ ਗੁਰੂ ਪਾਸੋਂ ਹੀ ਪ੍ਰਾਪਤ ਹੁੰਦਾ ਹੈ। ਹੀ ਤੂੰ ਤਿਕਤ ਛੋੜ ਨਾ ਜਾਏ। ਇਸ ਨੂੰ ਇੱਕ ਵਾਰੀ ਇਸ ਦੀ ਪ੍ਰਾਪਤੀ ਹੋ ਗਈ, ਉਹ ਇਸ ਲੋਕ ਤੇ ਪ੍ਰਲੋਕ ਵਿੱਚ ਕਿਸੇ ਵੀ ਹੋਰ ਪਦਾਰਥ ਦੀ ਖਾਤਰ ਇਸ ਨਾਮ ਰਸ ਨੂੰ ਛੱਡ ਕੇ ਨਹੀਂ ਜਾਂਦਾ। ਨਾਨਕ ਗੀਦਾ ਹਰ ਰਸ ਮਾਹੇ। ਉਹ ਸਦਾ ਹਰ ਨਾਮ ਰਸ ਵਿੱਚ ਹੀ ਮਸਤ ਰਹਿੰਦਾ ਹੈ। ਆਸਾ ਮਹਿਲਾ ਪੰਜਵਾ। ਕਾਮ ਕ੍ਰੋਧ ਲੋਭ ਮੋਹ ਮਿਟਾਵੈ। ਛੁੱਟ ਕੇ ਦੁਰਮਤ ਆਪਣੀ ਧਾਰੀ। ਹੇ ਸੁੰਦਰੀ, ਗੁਰੂ ਦਾ ਉਪਦੇਸ਼ ਤੇਰੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਨੂੰ ਮਿਟਾ ਦੇਵੇਗਾ। ਤੇਰੀ ਆਪਣੀ ਹੀ ਪੈਦਾ ਕੀਤੀ ਹੋਈ ਭੈੜੀ ਮੱਤ ਤੇਰੇ ਅੰਦਰ ਮੁੱਕ ਜਾਏਗੀ। ਹੋਏ ਨਿਮਾਣੀ ਸੇਵ ਕਮਾਵੈ। ਤਾਂ ਪ੍ਰੀਤਮ ਹੋਵੈ ਮਨ ਪਿਆਰੀ। ਜੇ ਤੂੰ ਮਾਣ ਤਿਆਗ ਕੇ ਪ੍ਰਭੂ ਦੀ ਸੇਵਾ ਭਗਤੀ ਕਰੇਂਗੀ ਤਾਂ ਪ੍ਰੀਤ ਪ੍ਰਭੂ ਦੇ ਮਨ ਵਿੱਚ ਪਿਆਰੀ ਲੱਗੇਗੀ। ਸੁਣ ਸੁੰਦਰ ਸਾਧੂ ਬਚਨ ਉਧਾਰੀ। ਹੇ ਸੁੰਦਰੀ, ਹੇ ਆਪਣੇ ਮਨ ਵਿੱਚ ਆਤਮਿਕ ਆਨੰਦ ਟਿਕਾਈ ਰੱਖਣ ਦੀ ਚਾਹਵਾਨ ਜੀਵ ਇਸਤਰੀ, ਗੁਰੂ ਤੇ ਬਚਨ ਸੁਣ ਕੇ ਆਪਣੇ ਆਪ ਨੂੰ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਬਚਾ। ਦੁਖ ਭੂਖ ਮਿਟੇ ਤੇਰੋ ਸਹਿਸਾ। ਸੁਖ ਪਾਵੈ ਤੂੰ ਸੁਖ ਮਨ ਨਾਰੀ। ਰਹਾਓ। ਗੁਰੂ ਦੀ ਬਾਣੀ ਦੀ ਬਰਕਤ ਨਾਲ ਤੇਰਾ ਦੁੱਖ ਮਿਟ ਜਾਏਗਾ, ਤੇਰੀ ਮਾਇਆ ਦੀ ਭੁੱਖ ਮਿਟ ਜਾਏਗੀ, ਤੂੰ ਆਤਮਿਕ ਆਨੰਦ ਮਾਣੇਗੀ। ਰਹਾਓ। ਚਰਨ ਪਖਾਰ ਕਰੂੰ ਗੁਰ ਸੇਵਾ। ਆਤਮ ਸੁਧ ਵਿਖ ਧਿਆਸ ਨਿਵਾਰੀ। ਚਰਨ ਪਖਾਰ ਕਰੂੰ ਗੁਰ ਸੇਵਾ। ਆਤਮ ਸ਼ੁੱਧ ਵਿਖ ਧਿਆਸ ਨਿਵਾਰੀ। ਹੇ ਸੁੰਦਰੀ, ਗੁਰੂ ਦੇ ਚਰਨ ਧੋ ਕੇ ਗੁਰੂ ਦੀ ਦੱਸੀ ਸੇਵਾ ਕਰਿਆ ਕਰ। ਤੇਰਾ
ਆਤਮਾ ਪਵਿੱਤਰ ਹੋ ਜਾਏਗਾ। ਇਹ ਸੇਵਾ ਤੇਰੇ ਅੰਦਰੋਂ ਆਤਮਿਕ ਜੀਵਨ ਨੂੰ ਮਾਰ ਮੁਕਾਉਣ ਵਾਲੇ ਮਾਇਆ ਦੇ ਮੋਹ ਦੇ ਜ਼ਹਿਰ ਨੂੰ ਦੂਰ ਕਰ ਦੇਗੀ, ਮਾਇਆ ਦੀ ਤ੍ਰਿਸ਼ਨਾ ਨੂੰ ਮਿਟਾ ਦੇਵੇਗੀ। ਦਾਸਨ ਕੀ ਹੋਏ ਦਾਸ ਦਾਸਰੀ, ਤਾਂ ਪਾਵੈ ਸੋਭਾ ਹਰ ਦੁਆਰੀ। हे ਸੁੰਦਰੀ, ਜੇ ਤੂੰ ਪਰਮਾਤਮਾ ਦੇ ਸੇਵਕਾਂ ਦੀ ਦਾਸੀ ਬਣ ਜਾਏ, ਨਿਮਾਣੀ ਜਹੀ ਦਾਸੀ ਬਣ ਜਾਏ, ਤਾਂ ਤੂੰ ਪਰਮਾਤਮਾ ਦੀ ਹਜ਼ੂਰੀ ਵਿੱਚ ਸੋਭਾ ਆਦਰ ਹਾਸਲ ਕਰੇਗੀ। ਇਹੀ ਅਚਾਰ ਇਹੀ ਵਿਵਹਾਰਾ, ਆਗਿਆ ਮਾਨ ਭਗਤ ਹੋਏ ਤੁਮਾਰੀ। हे ਸੁੰਦਰੀ, ਇਹੀ ਕੁਝ ਤੇਰੇ ਵਾਸਤੇ ਧਾਰਮਿਕ ਰਸਮਾਂ ਦਾ ਕਰਨਾ ਹੈ, ਇਹੀ ਤੇਰਾ ਨਿੱਤ ਦਾ ਵਿਹਾਰ ਚਾਹੀਦਾ ਹੈ। ਪਰਮਾਤਮਾ ਦੀ ਰਜਾ ਨੂੰ ਸਿਰ ਮੱਥੇ 'ਤੇ ਮੰਨ, ਇਸ ਤਰ੍ਹਾਂ ਕੀਤੀ ਹੋਈ ਤੇਰੀ ਪ੍ਰਭੂ ਭਗਤੀ ਪ੍ਰਭੂ ਦਰ 'ਤੇ ਪ੍ਰਵਾਨ ਹੋ ਜਾਏਗੀ। ਜੋ ਇਹੋ ਮੰਤਰ ਕਮਾਵੈ ਨਾਨਕ, ਸੋ ਭਵਜਲ ਪਾਰ ਉਤਾਰੀ। ਇਹ ਨਾਨਕ, ਜਿਹੜਾ ਵੀ ਮਨੁੱਖ ਇਹ ਉਪਦੇਸ਼ ਨੂੰ ਕਮਾਉਂਦਾ ਹੈ, ਆਪਣੇ ਜੀਵਨ ਵਿੱਚ ਵਰਤਦਾ ਹੈ, ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।